ਮੋਰਨਿੰਗ ਬੇਟਾ। ਮੈਂ ਸੰਦੀਪ ਔਰ ਸਾਇੰਸ ਸਟੂਡੀਓ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਆਪਾਂ ਕਲਾਸ 10th ਦਾ ਚੈਪਟਰ 4th ਹੈ ਜੋ ਉਹ ਆਪਾਂ ਸਟਾਰਟ ਕਰ ਚੁੱਕੇ ਹਾਂ ਔਰ ਉਹਦਾ ਫਸਟ ਲੈਕਚਰ ਜਿਹੜਾ ਆਪਾਂ ਕਰ ਚੁੱਕੇ ਹਾਂ ਚੈਪਟਰ ਹੈ ਕਾਰਬਨ ਐਂਡ ਇਟਸ ਕੰਪਾਊਂਡਸ। ਜੋ ਇਸ ਦਾ ਬੇਟਾ ਫਸਟ ਪਾਰਟ ਸੀ ਉਸ ਦੇ ਵਿੱਚ ਆਪਾਂ ਸਟੱਡੀ ਕਰ ਚੁੱਕੇ ਹਾਂ ਕਿ ਜਿਹੜਾ ਕਾਰਬਨ ਹੈ ਉਹ ਹਮੇਸ਼ਾ ਕੋਵੈਲੈਂਟ ਬੌਂਡ ਬਣਾਉਂਦਾ ਹੈ। ਉਹ ਆਪਾਂ ਸਟੱਡੀ ਕਰ ਚੁੱਕੇ ਹਾਂ ਕਿ ਕਿਉਂ ਬਣਾਉਂਦਾ, ਕਿਉਂਕਿ ਬੇਟਾ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਕਾਰਬਨ ਹੈ ਉਹ ਆਪਣੇ ਕਿਉਂਕਿ ਉਹਦੀ ਵੈਲੈਂਸੀ 4 ਹੈ, ਉਹਦੇ ਆਊਟਰਮੋਸਟ ਸ਼ੈਲ ਦੇ ਵਿੱਚ 4 ਇਲੈਕਟ੍ਰੋਨ ਹੁੰਦੇ ਆ, ਇਸ ਲਈ ਕਾਰਬਨ ਨਾ ਤਾਂ ਉਹ 4 ਇਲੈਕਟ੍ਰੋਨ ਕਿਸੇ ਨੂੰ ਦਿੰਦਾ ਔਰ ਨਾ ਹੀ ਕਿਸੇ ਤੋਂ ਲੈਂਦਾ। ਮੀਨਸ ਕਾਰਬਨ ਕਦੇ ਵੀ ਉਹ ਆਇਨਿਕ ਬੌਂਡ ਨਹੀਂ ਬਣਾਉਂਦਾ। ਠੀਕ, ਇਹ ਆਪਾਂ 9 ਦੇ ਵਿੱਚ ਵੀ ਪੜ੍ਹ ਚੁੱਕੇ ਬੇਟਾ ਆਇਨਿਕ ਬੌਂਡ ਅਤੇ ਕੋਵੈਲੈਂਟ ਬੌਂਡ। ਆਇਨਿਕ ਬੌਂਡ ਉਦੋਂ ਬਣਦੇ ਆ ਜਦੋਂ ਕੋਈ ਐਟਮ ਆਪਣੇ ਇਲੈਕਟ੍ਰੋਨਸ ਨੂੰ ਕਿਸੇ ਨੂੰ ਦੇ ਦਿੰਦਾ ਜਾਂ ਕਿਸੇ ਤੋਂ ਲੈ ਲੈਂਦਾ। ਠੀਕ ਹੈ, ਫਿਰ ਉਹ ਆਇਨ ਬਣਦੇ ਆ, ਉਹਨੂੰ ਆਪਾਂ ਆਇਨਿਕ ਬੌਂਡ ਕਹਿ ਦਿੰਦੇ ਹਾਂ। ਬਟ ਕਾਰਬਨ ਜਿਹੜਾ ਹੈ ਉਹ ਆਇਨਿਕ ਬੌਂਡ ਨਹੀਂ ਬਣਾਉਂਦਾ, ਕਾਰਬਨ ਹਮੇਸ਼ਾ ਕੋਵੈਲੈਂਟ ਬੌਂਡ ਬਣਾਉਂਦਾ। ਇਹ ਆਪਾਂ ਫਸਟ ਲੈਕਚਰ ਦੇ ਵਿੱਚ ਕੀਤਾ ਸੀ। ਫਿਰ ਆਪਾਂ ਕੁਛ ਐਗਜ਼ਾਮਪਲਸ ਵੀ ਕੀਤੀਆਂ ਸੀ ਕਿ ਜਦੋਂ ਇੱਕ ਹਾਈਡਰੋਜਨ ਜਿਹੜਾ ਆ ਇੱਕ ਹੋਰ ਹਾਈਡਰੋਜਨ ਨਾਲ ਮਿਲਦਾ, ਠੀਕ ਹੈ, ਤਾਂ ਇੱਕ ਪੇਅਰ ਆਫ ਇਲੈਕਟ੍ਰੋਨ ਉਹ ਸ਼ੇਅਰ ਕਰਦੇ ਆ। ਠੀਕ, ਔਰ ਜਦੋਂ ਇੱਕ ਇਲੈਕਟ੍ਰੋਨ ਦਾ ਪੇਅਰ ਸ਼ੇਅਰ ਹੁੰਦਾ ਤਾਂ ਸਿੰਗਲ ਬੌਂਡ ਬਣਦਾ। ਫਿਰ ਆਪਾਂ ਇੱਕ ਆਕਸੀਜਨ ਦੀ ਐਗਜ਼ਾਮਪਲ ਕੀਤੀ ਸੀ ਬੇਟਾ ਫਸਟ ਪਾਰਟ ਦੇ ਵਿੱਚ। ਠੀਕ, ਇਹਦੇ ਵਿੱਚ ਕੀ ਹੋ ਰਿਹਾ ਕਿ ਇਹਦੇ ਵਿੱਚ 2 ਪੇਅਰਸ ਆਫ ਇਲੈਕਟ੍ਰੋਨ ਸ਼ੇਅਰ ਹੁੰਦੇ ਆ। ਠੀਕ, ਔਰ ਜਦੋਂ 2 ਪੇਅਰਸ ਆਫ ਇਲੈਕਟ੍ਰੋਨ ਸ਼ੇਅਰ ਹੁੰਦੇ ਆ ਤਾਂ ਡਬਲ ਬੌਂਡ ਬਣਦਾ। ਫਿਰ ਆਪਾਂ ਨਾਈਟ੍ਰੋਜਨ ਦੀ ਐਗਜ਼ਾਮਪਲ ਕੀਤੀ ਸੀ ਕਿ ਇਹਦੇ ਵਿੱਚ ਕੀ ਹੋਇਆ ਬੇਟਾ, ਇਹਦੇ ਵਿੱਚ 3 ਪੇਅਰਸ ਆਫ ਇਲੈਕਟ੍ਰੋਨ ਜਿਹੜੇ ਆ ਸ਼ੇਅਰ ਹੁੰਦੇ ਆ, ਉਦੋਂ ਨਾਈਟ੍ਰੋਜਨ ਦੇ ਵਿੱਚ ਟ੍ਰਿਪਲ ਬੌਂਡ ਬਣਦਾ। ਇਨ ਦਾ ਸੇਮ ਮੈਨਰ ਬੇਟਾ ਆਪਾਂ ਇੱਕ ਐਗਜ਼ਾਮਪਲ ਕੀਤੀ ਸੀ ਫਸਟ ਲੈਕਚਰ ਦੇ ਵਿੱਚ, ਦੈਟ ਵਾਜ਼ ਆਫ ਮੀਥੇਨ। ਠੀਕ ਹੈ, ਔਰ ਉਹਦੇ ਵਿੱਚ ਆਪਾਂ ਇਹ ਕਿਹਾ ਸੀ ਕਿ ਇੱਕ ਕਾਰਬਨ ਦੇ ਆਊਟਰਮੋਸਟ ਸ਼ੈਲ 'ਚ 4 ਇਲੈਕਟ੍ਰੋਨ ਹੈ, ਵੈਲੈਂਸੀ 4 ਹੈ, ਮੈਂ ਆਪਾਂ ਹੁਣ ਗੱਲ ਕੀਤੀ ਆ। ਔਰ ਇਹ ਕੀ ਕਰਦਾ, ਇਹ ਆਪਣੇ 4 ਇਲੈਕਟ੍ਰੋਨਸ ਨੂੰ 4 ਹਾਈਡਰੋਜਨ ਨਾਲ ਵੀ ਸ਼ੇਅਰ ਕਰ ਲੈਂਦਾ। ਠੀਕ, ਇੱਕ ਹਾਈਡਰੋਜਨ ਦੇ ਕੋਲ 1 ਇਲੈਕਟ੍ਰੋਨ ਹੈ, ਸੋ ਇੱਕ ਕਾਰਬਨ ਦਾ 1 ਇਲੈਕਟ੍ਰੋਨ ਇੱਕ ਹਾਈਡਰੋਜਨ ਨਾਲ ਆਪਣੇ ਇਲੈਕਟ੍ਰੋਨ ਸ਼ੇਅਰ ਕਰੇਗਾ। ਇਨ ਦਾ ਸੇਮ ਮੈਨਰ ਇਹ ਚਾਰੋਂ ਸਾਈਡ ਤੋਂ ਬੇਟਾ ਹਾਈਡਰੋਜਨ ਦੇ ਨਾਲ ਆਪਣੇ ਇਲੈਕਟ੍ਰੋਨ ਸ਼ੇਅਰ ਕਰਕੇ ਹਾਈਡਰੋਜਨ ਦੇ ਨਾਲ ਬੇਟਾ 4 ਸਿੰਗਲ ਕੋਵੈਲੈਂਟ ਬੌਂਡ ਬਣਾਉਂਦਾ। ਠੀਕ, ਇਹਨੂੰ ਆਪਾਂ ਬੇਟਾ ਇਹ ਨਹੀਂ ਕਹਿਣਾ ਕਿ 4 ਬੌਂਡ ਜਿੱਦਾਂ ਸਿੰਗਲ ਬੌਂਡ, ਡਬਲ ਬੌਂਡ, ਟ੍ਰਿਪਲ ਬੌਂਡ ਜਾਂ ਟੈਟਰਾ ਬੌਂਡ ਬਣ ਗਿਆ। ਨੋ, ਇਹ 4 ਡਿਫਰੈਂਟ ਕੋਵੈਲੈਂਟ ਬੌਂਡ ਬਣਾਉਂਦਾ, ਸਿੰਗਲ ਕੋਵੈਲੈਂਟ ਬੌਂਡ ਬਣਾਉਂਦਾ। ਠੀਕ ਹੈ ਬੇਟਾ, ਆਪਾਂ ਫਸਟ ਲੈਕਚਰ ਦੇ ਵਿੱਚ ਆਪਾਂ ਕਰ ਚੁੱਕੇ ਹਾਂ। ਥੋੜ੍ਹਾ ਜਿਹਾ ਉਹਦੀ ਇਹ ਰਿਵੀਜ਼ਨ ਸੀ। ਹੁਣ ਜੋ ਅੱਜ ਆਪਣਾ ਟੌਪਿਕ ਕਰਨਾ ਬੇਟਾ, ਦੈਟ ਇਜ਼ ਵਰਸੇਟਾਈਲ ਨੇਚਰ ਆਫ ਕਾਰਬਨ। ਠੀਕ, ਕਾਰਬਨ ਦਾ ਇੱਕ ਨੇਚਰ ਹੈ ਬੇਟਾ, ਇਹਦਾ ਬਿਲਕੁਲ ਅਦਭੁਤ ਨੇਚਰ ਹੈ ਬਾਕੀ ਸਾਰੇ ਐਟਮਸ ਦੇ ਨਾਲੋਂ। ਉਹ ਕੀ ਨੇਚਰ ਹੈ, ਉਹਦੇ ਵਿੱਚ ਆਪਾਂ ਇਹਦੇ ਕੁਝ 2 ਪੁਆਇੰਟਸ ਆਪਾਂ ਡਿਸਕਸ ਕਰਨੇ ਆ ਜੋ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਇਹ ਕੋਵੈਲੈਂਟ ਬੌਂਡ ਬਣਾਉਂਦਾ। ਠੀਕ ਹੈ, ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਕਾਰਬਨ ਦਾ ਦੈਟ ਇਜ਼ ਏ ਵਰਸੇਟਾਈਲ ਨੇਚਰਸ। ਔਰ ਵਰਸੇਟਾਈਲ ਨੇਚਰ ਕਾਰਬਨ ਦਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਕਾਰਬਨ ਹੈ ਇਹ ਮਿਲੀਅਨਸ ਆਫ ਕੰਪਾਊਂਡ ਬਣਾਉਂਦਾ। ਠੀਕ ਹੈ, ਜੋ ਕੈਮਿਸਟ ਹੈ ਜਦੋਂ ਇਹਨੂੰ ਕਾਰਬਨ ਨੂੰ ਸਟੱਡੀ ਕੀਤਾ ਤਾਂ ਉਹਦੇ ਵਿੱਚ ਦੇਖਿਆ ਕਿ ਕਾਰਬਨ ਦੇ ਮਿਲੀਅਨਸ ਆਫ ਕੰਪਾਊਂਡਸ ਹੈ। ਠੀਕ ਹੈ, ਇਹ ਕਾਰਬਨ ਨਾਲ ਵੀ ਮਿਲ ਸਕਦਾ, ਕਾਰਬਨ ਹੋਰ ਬਹੁਤ ਸਾਰੇ ਐਲੀਮੈਂਟਸ ਨਾਲ ਮਿਲ ਕੇ ਵੀ ਬਹੁਤ ਸਾਰੇ ਕੰਪਾਊਂਡ ਬਣਾਉਂਦਾ। ਸੋ ਇੱਕ ਮੇਨ ਪ੍ਰੋਪਰਟੀ ਆ ਕਿ ਕਾਰਬਨ ਮਿਲੀਅਨਸ ਆਫ ਕੰਪਾਊਂਡ ਬਣਾ ਸਕਦਾ। ਠੀਕ ਹੈ, ਔਰ ਜੋ ਕਾਰਬਨ ਦਾ ਨੇਚਰ ਹੈ ਟੂ ਫਾਰਮ ਲਾਰਜ ਨੰਬਰ ਆਫ ਕੰਪਾਊਂਡਸ, ਉਹ ਮੇਨਲੀ ਬੇਟਾ 2 ਹੋਰ ਫੈਕਟਰ 'ਤੇ ਡਿਪੈਂਡ ਕਰਦਾ। ਠੀਕ, ਜੋ ਫਸਟ ਫੈਕਟਰ ਹੈਗਾ ਬੇਟਾ ਦੈਟ ਇਜ਼, ਉਹਨੂੰ ਆਪਾਂ ਕਹਿ ਦਿੰਦੇ ਕੈਟੀਨੇਸ਼ਨ। ਠੀਕ, ਕੈਟੀਨੇਸ਼ਨ ਨੂੰ ਆਪਾਂ ਕਹਿ ਦਿੰਦੇ ਬੇਟਾ ਲੜੀ ਬੰਧਨ। ਇਹਦਾ ਕੀ ਭਾਵ ਹੈ? ਠੀਕ ਹੈ, ਕਿ ਜਿਹੜਾ ਕਾਰਬਨ ਹੈ ਉਹਦੀ ਇੱਕ ਯੂਨੀਕ ਐਬਿਲਿਟੀ ਆ, ਇੱਕ ਉਹਦੀ ਅਲੱਗ ਹੀ ਯੋਗਤਾ ਹੈ ਕਿ ਉਹ ਹੋਰ ਐਟਮਸ ਦੇ ਨਾਲ, ਕਾਰਬਨ ਦੇ ਹੋਰ ਐਟਮਸ ਦੇ ਨਾਲ ਮਿਲ ਕੇ ਲੌਂਗ ਚੇਨਸ ਬਣਾ ਸਕਦਾ, ਲਾਰਜ ਮੋਲੀਕਿਊਲਸ ਬਣਾ ਸਕਦਾ। ਠੀਕ ਹੈ,
ਕਾਰਬਨ ਹੋਰ ਕਾਰਬਨ ਨਾਲ ਮਿਲ ਕੇ ਲੌਂਗ ਚੇਨਸ। ਦੇਖੋ ਲੌਂਗ ਚੇਨਸ ਕਿੱਦਾਂ ਹੋ ਸਕਦੀਆਂ ਬੇਟੇ, ਕਾਰਬਨ ਦੂਜੇ ਨਾਲ, ਤੀਜੇ ਨਾਲ, ਚੌਥੇ ਨਾਲ, ਪੰਜਵੇਂ ਨਾਲ, ਇੱਦਾਂ ਆਪਾਂ ਕਹਿੰਦੇ ਹੰਡਰਡਸ ਆਫ ਜਿਹੜੇ ਕਾਰਬਨ ਹੈ ਉਹ ਮੀਟ ਕਰ ਸਕਦੇ। ਓਕੇ, ਜਦੋਂ ਹੰਡਰਡਸ ਆਫ ਕਾਰਬਨ ਮਿਲਦੇ ਆ ਤੇ 3-4 ਪੋਸੀਬਿਲਿਟੀਜ਼ ਹੈ। ਪਹਿਲੀ ਗੱਲ ਤਾਂ ਇਹ ਹੋ ਸਕਦੀ ਹੈ ਕਿ ਉਹ ਸਟ੍ਰੇਟ ਚੇਨ ਦੇ ਵਿੱਚ ਕਾਰਬਨ ਕਾਰਬਨ ਨਾਲ ਮਿਲਦਾ, ਠੀਕ ਹੈ। ਸੈਕੰਡ ਪੋਸੀਬਿਲਿਟੀ ਇਹ ਹੋ ਸਕਦੀ ਹੈ ਕਿ ਕਾਰਬਨ ਦੂਸਰੇ ਨਾਲ ਮਿਲ ਰਿਹਾ, ਨਾਲ ਉਹਦੀ ਬ੍ਰਾਂਚਿਸ ਦੇ ਵਿੱਚ ਵੀ ਜਿਹੜੇ ਕੰਪਾਊਂਡ ਬਣਾ ਸਕਦੇ, ਠੀਕ। ਇੱਕ ਤਾਂ ਆਪਾਂ ਇਹਨੂੰ ਕਹਿ ਦਿੰਦੇ ਹਾਂ ਸਟ੍ਰੇਟ ਚੇਨ, ਠੀਕ ਹੈ। ਇੱਕ ਆਪਾਂ ਕਹਿ ਸਕਦੇ ਹਾਂ ਬੇਟਾ ਬ੍ਰਾਂਚਡ ਚੇਨਸ, ਕਾਰਬਨ ਦੀ ਪ੍ਰੋਪਰਟੀ ਹੈ, ਠੀਕ ਹੈ। ਇਹਨੂੰ ਆਪਾਂ ਕੈਟੀਨੇਸ਼ਨ। ਥਰਡ ਫਾਰਮ ਆਪਾਂ ਇਹ ਵੀ ਕਹਿ ਸਕਦੇ ਹਾਂ ਬੇਟਾ ਕਿ ਕਾਰਬਨ ਜਿਹੜਾ ਆ ਉਹ ਰਿੰਗਸ ਦੇ ਵਿੱਚ ਵੀ ਕੰਪਾਊਂਡ ਬਣਾ ਸਕਦਾ, ਇਹ ਰਿੰਗ ਫਾਰਮ ਦੇ ਵਿੱਚ ਵੀ ਕੰਪਾਊਂਡ ਬਣਾ ਸਕਦਾ, ਠੀਕ ਹੈ। ਸੋ ਮਤਲਬ ਸੋ ਕਾਰਬਨ ਦੀ ਇਹ ਇੱਕ ਯੂਨੀਕ ਪ੍ਰੋਪਰਟੀ ਆ ਕਿ ਕਾਰਬਨ ਲੌਂਗ ਚੇਨਸ ਜਿਹੜੀਆਂ ਆ ਉਹ ਬਣਾ ਸਕਦਾ, ਔਰ ਕਾਰਬਨ ਕਾਰਬਨ ਦੇ ਨਾਲ ਸਿੰਗਲ ਬੌਂਡ ਨਾਲ ਵੀ ਬੇਟਾ ਜੁੜ ਸਕਦਾ, ਡਬਲ ਨਾਲ ਵੀ ਜੁੜ ਸਕਦਾ, ਔਰ ਟ੍ਰਿਪਲ ਨਾਲ ਵੀ ਜੁੜ ਸਕਦਾ, ਠੀਕ ਹੈ। ਜਿਵੇਂ ਆਪਾਂ ਇੱਥੇ ਗੱਲ ਕੀਤੀ ਨਾ ਕਿ ਸਿੰਗਲ ਬੌਂਡ ਬਣਦਾ ਇੱਕ ਪੇਅਰ ਆਫ ਇਲੈਕਟ੍ਰੋਨ ਸ਼ੇਅਰ ਹੋਣ ਦੇ ਨਾਲ, 2 ਪੇਅਰ ਹੁੰਦੇ ਆ ਤਾਂ ਡਬਲ ਬੌਂਡ ਬਣਦਾ, 3 ਪੇਅਰਸ ਹੋ ਜਾਂਦੇ ਤਾਂ ਟ੍ਰਿਪਲ ਬੌਂਡ ਬਣਦਾ, ਠੀਕ ਹੈ। ਇਨ ਦਾ ਸੇਮ ਮੈਨਰ ਆਪਾਂ ਇਹ ਕਹਿੰਦੇ ਹਾਂ ਕਿ ਜਿਹੜਾ ਕਾਰਬਨ ਹੈ ਆਪਸ ਦੇ ਵਿੱਚ ਵੀ ਸਿੰਗਲ ਬੌਂਡ, ਡਬਲ ਬੌਂਡ ਜਾਂ ਟ੍ਰਿਪਲ ਬੌਂਡ ਨਾਲ ਜੁੜ ਸਕਦਾ, ਠੀਕ। ਬੇਟਾ ਜੋ ਕਾਰਬਨ ਹੈ ਆਪਾਂ ਕਹਿੰਦੇ ਹਾਂ ਕੈਟੀਨੇਸ਼ਨ ਦੇ ਵਿੱਚ ਕਿ ਉਹ ਸਟ੍ਰੇਟ ਚੇਨ ਸਟਰਕਚਰਸ ਬਣਾ ਸਕਦਾ, ਬ੍ਰਾਂਚ ਚੇਨ ਬਣਾ ਸਕਦਾ ਅਤੇ ਰਿੰਗ ਸਟਰਕਚਰ ਬਣਾ ਸਕਦਾ। ਉਸ ਤੋਂ ਇਲਾਵਾ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਕਾਰਬਨ ਦੇ ਵਿੱਚ ਕਿ ਕਾਰਬਨ ਦੇ ਜਿਹੜੇ ਕੰਪਾਊਂਡਸ ਹੈ, ਜਦੋਂ ਐਟਮ ਕਾਰਬਨ ਦੇ ਮਿਲਦੇ ਆ, ਕੰਪਾਊਂਡ ਬਣਾਉਂਦੇ ਆ, ਤਾਂ ਕਾਰਬਨ ਕਾਰਬਨ ਦੇ ਵਿੱਚ ਸਿੰਗਲ ਬੌਂਡ ਵੀ ਹੋ ਸਕਦਾ, ਮੀਨਸ ਕਾਰਬਨ ਇੱਕ ਦੂਜੇ ਕਾਰਬਨ ਨਾਲ ਸਿੰਗਲ ਬੌਂਡ ਨਾਲ ਵੀ ਜੁੜ ਸਕਦਾ, ਠੀਕ ਹੈ। ਉਹ ਡਬਲ ਬੌਂਡ ਦੇ ਨਾਲ ਵੀ ਜੁੜ ਸਕਦਾ ਬੇਟਾ, ਔਰ ਟ੍ਰਿਪਲ ਬੌਂਡ ਨਾਲ ਵੀ ਜੁੜ ਸਕਦਾ, ਠੀਕ। ਸੋ ਕਾਰਬਨ ਜਦੋਂ ਇੱਕ ਕਾਰਬਨ ਦੂਸਰੇ ਨਾਲ ਜੁੜਦਾ ਤਾਂ ਸਿੰਗਲ ਬੌਂਡ, ਡਬਲ ਬੌਂਡ ਔਰ ਟ੍ਰਿਪਲ ਬੌਂਡ ਤਿੰਨਾਂ ਦੇ ਥਰੂ ਜੁੜ ਸਕਦਾ, ਕਲੀਅਰ। ਔਰ ਇਹਦੇ ਬੇਸ 'ਤੇ ਆਪਾਂ ਕਹਿੰਦੇ ਹਾਂ ਕਿ ਜਿਹੜਾ ਕਾਰਬਨ ਹੈ ਉਹ ਸੈਚੂਰੇਟਿਡ ਜਾਂ ਅਨਸੈਚੂਰੇਟਿਡ ਕੰਪਾਊਂਡਸ ਬਣਾਉਂਦਾ। ਇਹ ਬੇਟਾ ਆਪਣਾ ਅਗਲਾ ਟੌਪਿਕ ਹੈ, ਵਰਸੇਟਾਈਲ ਪ੍ਰੋਪਰਟੀਜ਼ ਤੋਂ ਬਾਅਦ ਉਹਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਠੀਕ। ਔਰ ਹੋਰ ਕਿਸੇ ਵੀ ਕੰਪਾਊਂਡ ਦੇ ਵਿੱਚ ਬੇਟਾ ਇਹ ਪ੍ਰੋਪਰਟੀ ਨਹੀਂ ਹੈ, ਕਿਸੇ ਵੀ ਕੰਪਾਊਂਡ ਦੇ ਵਿੱਚ ਇਹ ਪ੍ਰੋਪਰਟੀ ਨਹੀਂ ਹੈ ਲੌਂਗ ਚੇਨਸ ਬਣਾਉਣ ਦੀ। ਸਿਰਫ ਇੱਕ ਸਿਲੀਕੌਨ ਇੱਕ ਐਸਾ ਦਾ ਕੰਪਾਊਂਡ ਹੈ ਜਿਹੜਾ ਇਹ ਪ੍ਰੋਪਰਟੀ ਨੂੰ ਸ਼ੋ ਕਰਦਾ, ਠੀਕ ਹੈ। ਬਟ ਉਹਦੀਆਂ ਜਿਹੜੀਆਂ ਚੇਨਸ ਹੈ ਦੈਟ ਇਜ਼ ਅਪ ਟੂ 7 ਔਰ 8 ਐਟਮਸ ਓਨਲੀ, ਉਸ ਤੋਂ ਜ਼ਿਆਦਾ ਨਹੀਂ, ਠੀਕ ਹੈ। ਔਰ ਉਹ ਜਿਹੜੇ ਕੰਪਾਊਂਡਸ ਹੁੰਦੇ ਉਹ ਬਹੁਤ ਰਿਐਕਟਿਵ ਹੁੰਦੇ ਆ। ਔਰ ਜੋ ਕਾਰਬਨ ਕਾਰਬਨ ਜਿਹੜਾ ਬੌਂਡ ਬਣਦਾ ਬੇਟਾ, ਜਦੋਂ ਕਾਰਬਨ ਕਾਰਬਨ ਨਾਲ ਮਿਲ ਕੇ ਜਿਹੜਾ ਬੌਂਡ ਬਣਾਉਂਦਾ ਉਹ ਬੌਂਡ ਬਹੁਤ ਸਟਰੋਂਗ ਹੁੰਦਾ, ਸੋ ਬਹੁਤ ਜ਼ਿਆਦਾ ਸਟੇਬਲ ਹੁੰਦਾ, ਠੀਕ। ਸੋ ਇਹ ਆਪਾਂ ਕਹਾਂਗੇ ਕਿ ਸਟਰੋਂਗ ਬੌਂਡ ਬਣਦੇ ਆ ਕੈਟੀਨੇਸ਼ਨ ਦੇ ਵਿੱਚ, ਔਰ ਉਹ ਸਟੇਬਲ ਹੁੰਦੇ ਆ ਬਹੁਤ, ਠੀਕ ਹੈ, ਈਜ਼ੀਲੀ ਬ੍ਰੇਕੇਬਲ ਨਹੀਂ ਹੁੰਦੇ। ਸੋ ਇਸੇ ਕਰਕੇ ਆਪਾਂ ਕਹਿੰਦੇ ਹਾਂ ਜਿਹੜਾ ਲਾਰਜ ਨੰਬਰ ਆਫ ਕੰਪਾਊਂਡਸ ਬਣਾਉਂਦਾ ਜੋ ਕਾਰਬਨ ਹੈ ਹੋਰ ਬਹੁਤ ਸਾਰੇ ਐਟਮਸ ਨਾਲ ਮਿਲ ਕੇ, ਸੋ ਦੈਟ ਇਜ਼ ਅਬਾਊਟ ਦਾ ਕੈਟੀਨੇਸ਼ਨ, ਠੀਕ। ਸੈਕੰਡ ਪ੍ਰੋਪਰਟੀ ਜਿਹੜੀ ਆਪਾਂ ਬੇਟਾ ਮੈਂ ਤੁਹਾਨੂੰ ਵਰਸੇਟਾਈਲ ਨੇਚਰ ਦੀ ਗੱਲ ਕਰ ਰਿਹਾ, ਜੋ ਇਹਦੀ ਸੈਕੰਡ ਮੇਨ ਪ੍ਰੋਪਰਟੀ ਆ ਦੈਟ ਇਜ਼ ਦਾ ਟੈਟਰਾਵੈਲੈਂਸੀ। ਟੈਟਰਾ ਮੀਨ ਹੁੰਦਾ ਬੇਟਾ 4, ਵੈਲੈਂਸੀ ਤੁਹਾਨੂੰ ਪਤਾ ਬੇਟਾ ਨੰਬਰ ਆਫ ਇਲੈਕਟ੍ਰੋਨਸ ਇਨ ਦਾ ਆਊਟਰ ਮੋਸਟ ਸ਼ੈਲ, ਓਕੇ, ਦੈਟ ਇਜ਼ ਵੈਲੈਂਸੀ। ਕਾਰਬਨ ਦੇ ਆਊਟਰ ਮੋਸਟ ਸ਼ੈਲ ਦੇ ਵਿੱਚ ਤੁਹਾਨੂੰ ਮੈਂ ਗੱਲ ਕੀਤੀ ਸੀ ਕਿ 4 ਇਲੈਕਟ੍ਰੋਨਸ ਹੁੰਦੇ ਆ, ਠੀਕ ਹੈ। ਦੈਟਸ ਵਾਈ ਦਾ ਨਾਮ ਪਿਆ ਟੈਟਰਾਵੈਲੈਂਸੀ ਕਿ ਕਾਰਬਨ ਦੇ ਆਊਟਰ ਮੋਸਟ ਸ਼ੈਲ ਦੇ ਵਿੱਚ 4 ਇਲੈਕਟ੍ਰੋਨਸ ਹੁੰਦੇ ਆ। ਹੁਣ ਟੈਟਰਾਵੈਲੈਂਸੀ ਨਾਲ ਕੀ ਹੁੰਦਾ ਇਹਦੇ ਬਾਰੇ ਆਪਾਂ ਥੋੜਾ ਡਿਸਕਸ ਕਰ ਲਈਏ ਬੇਟਾ। ਸੋ ਇਹ ਸੈਕੰਡ ਪ੍ਰੋਪਰਟੀ ਆਪਾਂ ਡਿਸਕਸ ਕਰਨੀ ਹੈ ਟੈਟਰਾਵੈਲੈਂਸੀ, ਠੀਕ। ਮੈਂ ਤੁਹਾਡੀ ਬੇਟਾ NCERT ਦੀ ਬੁੱਕ ਦੇ ਅਕੋਰਡਿੰਗਲੀ ਹੀ ਦੱਸ ਰਿਹਾ ਕਿ ਕਾਰਬਨ ਹੈਜ਼ ਦਾ ਵੈਲੈਂਸੀ ਆਫ 4, ਠੀਕ ਹੈ। ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਕਾਰਬਨ ਹੈ ਉਹ ਕੈਪੇਬਲ ਹੈ, ਯੋਗ ਹੈ ਹੋਰ 4 ਐਟਮਸ ਦੇ ਨਾਲ ਬੌਂਡ ਬਣਾਉਣ ਦੇ ਲਈ, ਠੀਕ। ਸੋ ਉਹ ਬੌਂਡ ਕਿੱਦਾਂ ਬਣਦੇ ਆ, ਠੀਕ ਹੈ। ਉਹ ਕਿਸੇ ਮੋਨੋਵੈਲੈਂਟ ਐਟਮ ਦੇ ਨਾਲ, ਮੋਨੋਵੈਲੈਂਟ ਐਲੀਮੈਂਟ ਦੇ ਨਾਲ ਬੇਟਾ ਬੌਂਡ ਬਣਾ ਸਕਦਾ, ਠੀਕ।
ਕਾਰਬਨ ਜਿਹੜਾ ਆ ਉਹ ਆਕਸੀਜਨ ਦੇ ਨਾਲ ਬੇਟਾ ਬੌਂਡ ਬਣਾ ਸਕਦਾ, ਕਲੀਅਰ। ਔਰ ਕਾਰਬਨ ਜਿਹੜਾ ਹੈ ਉਹ ਹਾਈਡਰੋਜਨ ਨਾਲ ਬੇਟਾ ਬੌਂਡ ਬਣਾ ਸਕਦਾ। ਫਿਰ ਆਪਾਂ ਕਹਿ ਸਕਦੇ ਹਾਂ ਕਾਰਬਨ ਨਾਈਟ੍ਰੋਜਨ ਨਾਲ ਬੌਂਡ ਬਣਾ ਸਕਦਾ, ਕਾਰਬਨ ਸਲਫਰ ਨਾਲ ਬੌਂਡ ਬਣਾ ਸਕਦਾ, ਕਾਰਬਨ ਕਲੋਰੀਨ ਦੇ ਨਾਲ ਬੌਂਡ ਬਣਾ ਸਕਦਾ, ਠੀਕ ਹੈ। ਸੋ ਬਹੁਤ ਸਾਰੇ ਹੋਰ ਐਲੀਮੈਂਟਸ ਦੇ ਨਾਲ ਜਿਹੜਾ ਕਾਰਬਨ ਮਿਲ ਕੇ ਬਹੁਤ ਸਾਰੇ ਕੰਪਾਊਂਡ ਬਣਾਉਂਦਾ। ਉਹਨਾਂ ਨਾਲ ਸਾਰਿਆਂ ਦੀ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਉਹਨਾਂ ਦੀਆਂ ਕੋਈ ਸਪੈਸੀਫਿਕ ਉਹਨਾਂ ਦੇ ਕਰੈਕਟਰਿਸਟਿਕਸ ਸਪੈਸੀਫਿਕ ਪ੍ਰੋਪਰਟੀਜ਼ ਹੋਣਗੀਆਂ। ਇਹਨਾਂ ਬਾਰੇ ਆਪਾਂ ਇਹਨਾਂ ਪੜ੍ਹਾਂਗੇ ਅੱਗੇ ਇਸ ਚੈਪਟਰ ਦੇ ਵਿੱਚ ਹੀ। ਫੋਰ ਐਗਜ਼ਾਮਪਲ ਹੈ ਕਾਰਬਨ ਆਕਸੀਜਨ ਨਾਲ ਮਿਲਦਾ ਬੇਟਾ ਕਾਰਬਨ ਡਾਈਆਕਸਾਈਡ ਬਣਾਉਂਦਾ, ਠੀਕ ਹੈ। ਹਾਈਡਰੋਜਨ ਨਾਲ ਮਿਲ ਕੇ ਹਾਈਡਰੋਕਾਰਬਨਸ ਬਣਾਉਂਦਾ, ਆਪਣਾ ਮੇਜਰ ਚੈਪਟਰ ਜਿਹੜਾ ਹਾਈਡਰੋਕਾਰਬਨ ਨਾਲ ਲਿੰਕਡ ਹੈ। ਫਿਰ CN ਨਾਲ ਮਿਲ ਕੇ ਕਾਰਬਨ ਸਾਇਨਾਈਡ ਬਣਾ ਸਕਦਾ, ਠੀਕ ਹੈ। ਸਲਫਰ ਨਾਲ ਮਿਲ ਕੇ ਸਲਫਾਈਡ ਬਣਾ ਸਕਦਾ, ਠੀਕ। ਔਰ ਕਲੋਰੀਨ ਨਾਲ ਮਿਲ ਕੇ ਕਲੋਰਾਈਡ ਬਣਾ ਸਕਦਾ। ਸੋ ਸਾਰਿਆਂ ਨਾਲ ਜਿਹੜਾ ਬੌਂਡਸ ਹੈ ਕਾਰਬਨ ਜਿਹੜਾ ਈਜ਼ੀਲੀ ਬਣਾ ਸਕਦਾ ਔਰ ਸਭ ਦੀਆਂ ਜਿਹੜੀਆਂ ਸਪੈਸੀਫਿਕ ਪ੍ਰੋਪਰਟੀਜ਼ ਹੁੰਦੀਆਂ, ਠੀਕ। ਹੋਰ ਅਗਰ ਆਪਾਂ ਬੌਂਡ ਦੀ ਗੱਲ ਕਰੀਏ, ਜਿਹੜੇ ਬੌਂਡਸ ਹੈ ਕਾਰਬਨ ਮੋਸਟ ਆਫ ਦਾ ਐਲੀਮੈਂਟਸ ਨਾਲ ਬਣਾਉਂਦਾ, ਦੇ ਆਰ ਵੈਰੀ ਸਟਰੋਂਗ ਬੌਂਡਸ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਠੀਕ ਹੈ। ਸੋ ਜਿੰਨੇ ਵੀ ਬੌਂਡ ਬਣਦੇ ਆ ਕਾਰਬਨ ਦੇ, ਦੇ ਆਰ ਸਟਰੋਂਗ ਬੌਂਡ। ਹੁਣ ਸਟਰੋਂਗ ਬੌਂਡ ਕਿਉਂ ਬਣਦੇ ਆ, ਸਟੇਬਲ ਬੌਂਡ ਇਹ ਕਿਉਂ ਹੁੰਦੇ ਆ? ਸਭ ਤੋਂ ਮੇਨ ਰੀਜ਼ਨ ਜਿਹੜਾ ਇਹਦਾ ਇਹ ਆ, ਜੋ ਸਟਰੋਂਗ ਬੌਂਡ ਬਣਦੇ ਆ ਕਾਰਬਨ ਦੇ ਹੋਰ ਐਲੀਮੈਂਟਸ ਦੇ ਨਾਲ, that is the small size of carbon atom। ਕਿਉਂਕਿ ਜੋ ਕਾਰਬਨ ਐਟਮ ਹੈ ਬੇਟਾ ਦਾ ਸਾਈਜ਼ ਬੜਾ ਸਮਾਲ ਹੁੰਦਾ, ਠੀਕ। ਹੁਣ ਸਮਾਲ ਸਾਈਜ਼ ਹੋਣ ਦਾ ਕੀ ਫਾਇਦਾ ਹੋਏਗਾ, ਕਿਉਂ ਸਟੇਬਿਲਿਟੀ ਹੋਏਗੀ? ਉਹਦੇ ਨਾਲ ਕੀ ਹੋਏਗਾ, ਜਿਹੜਾ ਨਿਊਕਲੀਅਸ ਹੈ ਕਾਰਬਨ ਦਾ, ਕਿਉਂਕਿ ਅਗਰ ਆਪਾਂ ਬੇਟਾ ਐਟੋਮਿਕ ਸਟਰਕਚਰ ਵੀ ਕਰੀਏ ਕਾਰਬਨ ਦੀ ਨਾ, ਤਾਂ ਆਪਾਂ ਕੀ ਕਰਾਂਗੇ ਬੇਟਾ, ਆ ਸੈਂਟਰ 'ਚ ਨਿਊਕਲੀਅਸ ਹੈ, ਠੀਕ। ਕਾਰਬਨ ਦਾ ਦਿਸ ਇਜ਼ ਫਸਟ ਸ਼ੈਲ, ਆਪਾਂ 9 ਦੇ ਵਿੱਚ ਸਟਰਕਚਰਸ ਕੀਤੀਆਂ, ਦਿਸ ਇਜ਼ ਸੈਕੰਡ ਸ਼ੈਲ, ਹੈ ਨਾ। ਪਹਿਲੇ ਸ਼ੈਲ 'ਚ ਬੇਟਾ 2 ਇਲੈਕਟ੍ਰੋਨ ਹੈ, ਦੂਜੇ ਸ਼ੈਲ ਦੇ ਵਿੱਚ ਆਪਾਂ ਕੀ ਕਿਹਾ ਹੋਇਆ ਕਿ 4 ਇਲੈਕਟ੍ਰੋਨਸ ਹੈ ਨਾ। ਜੋ ਆਪਾਂ ਲਿਊ ਸਟਰਕਚਰ ਵੀ ਕੀਤੀ ਹੈ, ਜਾਂ ਆਪਾਂ ਨੂੰ ਬੈਲੈਂਸੀ 4 ਕਿਹਾ ਕਿਉਂਕਿ ਆਊਟਰ ਮੋਸਟ ਸ਼ੈਲ 'ਚ 4 ਇਲੈਕਟ੍ਰੋਨ ਹੈ। ਔਰ ਇਹਦੇ ਸੈਂਟਰ ਨੂੰ ਬੇਟਾ ਆਪਾਂ ਨਿਊਕਲੀਅਸ ਕਹਿੰਦੇ ਆ। ਇਸ ਨਿਊਕਲੀਅਸ ਦੇ ਵਿੱਚ 4 ਪ੍ਰੋਟੋਨਸ ਹੁੰਦੇ ਆ ਤੇ 4 ਨਿਊਟਰੋਨਸ ਹੁੰਦੇ ਆ, ਓਕੇ। ਸੋ ਸਮਾਲ ਸਾਈਜ਼ ਦਾ ਕੀ ਫਾਇਦਾ ਹੋਏਗਾ ਕਿ ਜਿਹੜਾ ਪ੍ਰੋਟੋਨ ਹੈ ਉਹ ਆਊਟਰ ਮੋਸਟ ਜਿਹੜੇ ਇਲੈਕਟ੍ਰੋਨਸ ਹੈ, ਹੁਣ ਨਿਊਕਲੀਅਸ ਜਿਹੜਾ ਪੋਜ਼ਿਟਿਵਲੀ ਚਾਰਜ ਹੈ ਬੇਟਾ, ਨਿਊਕਲੀਅਸ ਦੇ ਵਿਚਕਾਰ ਪੋਜ਼ਿਟਿਵ ਚਾਰਜ ਹੈ ਡਿਊ ਟੂ ਪ੍ਰੋਟੋਨਸ, ਔਰ ਉਹ ਨਿਊਕਲੀਅਸ ਆਊਟਰ ਮੋਸਟ ਇਲੈਕਟ੍ਰੋਨਸ ਨੂੰ ਜ਼ਿਆਦਾ ਸਟਰੋਂਗਲੀ ਆਪਣੇ ਵੱਲ ਨੂੰ ਖਿੱਚੇਗਾ, ਠੀਕ ਹੈ, ਜ਼ਿਆਦਾ ਸਟਰੋਂਗਲੀ ਖਿੱਚੇਗਾ। ਦੈਟ ਮੀਨਸ ਅਗਰ ਉਹ ਸਟਰੋਂਗਲੀ ਖਿੱਚੇਗਾ, ਆ ਇਲੈਕਟ੍ਰੋਨ ਜਿਹੜੇ ਇੱਥੋਂ ਰਿਮੂਵ ਕਰਨੇ ਆ, ਦੇ ਆਰ ਨੋਟ ਈਜ਼ੀ ਟਾਸਕ, ਉਹ ਸੌਖਾ ਕੰਮ ਨਹੀਂ ਹੋਏਗਾ, ਠੀਕ ਹੈ। ਦੈਟਸ ਵਾਈ ਜਿਹੜਾ ਆਪਾਂ ਕਹਾਂਗੇ ਜਿਹੜਾ ਕਾਰਬਨ ਹੈ ਉਹ ਜਦੋਂ ਕਿਸੇ ਵੀ ਹੋਰ ਐਲੀਮੈਂਟ ਨਾਲ ਬੌਂਡ ਬਣਾਉਂਦਾ, ਉਹ ਬੌਂਡ ਬੜੇ ਸਟਰੋਂਗ, ਓਕੇ, ਔਰ ਬੜੇ ਸਟੇਬਲ ਹੁੰਦੇ ਆ, ਠੀਕ ਬੇਟਾ। ਸੋ ਬੇਟਾ ਇਹ ਜੋ ਸਾਡਾ ਟੌਪਿਕ ਸੀ ਅੱਜ ਦਾ, ਦੈਟ ਵਾਜ਼ ਵਰਸੇਟਾਈਲ ਨੇਚਰ ਆਫ ਕਾਰਬਨ, ਠੀਕ ਹੈ। ਵਰਸੇਟਾਈਲ ਨੇਚਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਪਾਂ ਜੋ ਕੋਵੈਲੈਂਟ ਬੌਂਡ ਬਾਰੇ ਪੜ੍ਹਿਆ ਕਿ ਕਾਰਬਨ ਕੋਵੈਲੈਂਟ ਬੌਂਡ ਬਣਾਉਂਦਾ, ਦੈਟ ਇਜ਼ ਆਲਸੋ ਏ ਵਰਸੇਟਾਈਲ ਨੇਚਰ। ਬਟ ਤੁਹਾਡੇ ਬੁੱਕ ਦੇ ਵਿੱਚ ਜੋ NCERT ਦੀ ਬੁੱਕ ਹੈ, ਵਰਸੇਟਾਈਲ ਨੇਚਰ ਹੈਡਿੰਗ ਦੇ ਅੰਡਰ 2 ਪ੍ਰੋਪਰਟੀਜ਼ ਨੂੰ ਡਿਸਕਸ ਕੀਤਾ ਹੋਇਆ, ਠੀਕ ਹੈ। ਫਸਟ ਇਜ਼ ਕੈਟੀਨੇਸ਼ਨ, ਉਹਨੂੰ ਆਪਾਂ ਕਹਿੰਦਾ ਲੜੀ ਬੰਧਨ, ਤੇ ਸੈਕੰਡ ਇਜ਼ ਟੈਟਰਾਵੈਲੈਂਸੀ, ਇਹਨੂੰ ਆਪਾਂ ਕਹਿੰਦਾ ਚੌ ਸੰਯੋਜਕਤਾ, ਕਿ 4 ਇਲੈਕਟ੍ਰੋਨਸ ਹੁੰਦੇ ਨੇ ਆਊਟਰ ਮੋਸਟ ਸ਼ੈਲ ਦੇ ਵਿੱਚ, ਡਿਊ ਟੂ ਵਿਚ ਇਟ ਫਾਰਮਸ ਦਾ ਲਾਰਜ ਨੰਬਰ ਆਫ ਕੰਪਾਊਂਡਸ, ਠੀਕ ਹੈ ਬੇਟਾ। ਸੋ ਇਸ ਤੋਂ ਬਾਅਦ ਜੋ ਨੈਕਸਟ ਟੌਪਿਕ ਹੈ ਦੈਟ ਇਜ਼ ਸੈਚੂਰੇਟਡ ਐਂਡ ਅਨਸੈਚੂਰੇਟਡ ਕਾਰਬਨ ਕੰਪਾਊਂਡਸ, ਉਹਨਾਂ ਬਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਬੇਟਾ, ਹੈਵ ਅ ਨਾਈਸ ਡੇ।